हेलो स्टूडेंट्स, वेलकम टू ऑनलाइन क्लास। मैं सुखवंत सिंह। आप कर रहे हैं 10वीं क्लास की पंजाबी की बुक। तो इस विच 10वीं क्लास की पंजाबी की बुक दे विच अपने 5 पाठ पूरे हो गए हैं। अज आप करांगे पाठ 6वां मियाँ वजीद जी का। इन्हां दे श्लोक है, श्लोकां की प्रसंग सहित व्याख्या करांगे। तो अज का जिहड़ा अपना पाठ है 6वां पाठ है। अज की वीडियो तो पहला 5 पाठ पूरे हो गए हैं जिन्हां दी आपां प्रसंग सहित व्याख्या की है। हुण गल करते हाँ आपां अज दे पाठ की। जिहड़ा अज का पाठ है पहला 6वां पाठ का पहला श्लोक मियाँ वजीद जी का। इक ना दे कर पुत, इक ना दे कर पुत, पुत्तां दे कर पोतरे। तो अपना जिहड़ा एक एक श्लोक की एक एक प्रसंग सहित व्याख्या करांगे। इक ना दे कर तो लैके इक ना दे कर, इक ना दे कर पुत, पुत्तां दे कर पोतरे। इक ना दे कर धीआं, धीआं दे कर दोतरे। इक ना दे कर इक ओ भी जाए मर, वजीदा कौन साहिब नूं आखे इउं नाहीं इव कर। वजीदा कौन साहिब नूं आखे इउं नाहीं इव कर। इक ना दे कर पुत, पुत्तां दे कर पोतरे। इक ना दे कर धीआं, धीआं दे कर दोतरे। इक ना दे कर इक ओ भी जाए मर, वजीदा कौन साहिब नूं आखे इउं नाहीं इव कर। तो ये सी अपनी पहलियां काव सत्तरां। हुण आपां गल करांगे इहदी प्रसंग दी। तो जिवें बोलिया जाता है नाल नाल उच्चारण किया जाता है, तुसीं उहनूं आराम नाल सुणदे जाना है तो नाल नाल लिखते भी जाना है। फिर दोबारा फिर बोल के समझा दिता जाऊगा। तो ये काव टोटा, ये काव टोटा पंजाबी दी पाठ पुस्तक ਸਾਹਿਤ सुगंधियाँ पंजाबी की पाठ पुस्तक का नाम है ਸਾਹਿਤ सुगंधियाँ विच दर्ज। ये अपना सीगा लास्ट कर इत्थों तक विच दर्ज मियाँ वजीद जी। मियाँ वजीद मियाँ वजीद जी दा रचिया होया श्लोक। मियाँ वजीद जी का रचिया होया श्लोक है। किहड़ा श्लोक है? इक ना दे कर रचिया होया श्लोक, श्लोक है इक ना दे, इक ना दे कर पुत विचों लिया गया है। जिहड़ा अपना ये श्लोक है इक ना दे कर पुत विचों लिया गया है। जिहड़ा अपना श्लोक है। अपने श्लोक विच वजीद जी इस श्लोक विच फरमाउंदे हन, कहंदे हन कि इस श्लोक विच वजीद मियाँ वजीद जी रब दी मर्जी अंदर जीव दी जिहड़ी रब दी मर्जी अंदर जीवां उपर हो रहे मेहर या बख्शिशां
ਅਤੇ ਇਸ ਦੇ ਉਲਟ ਹੁੰਦੇ ਜਿਹੜੇ ਕਹਿਰ ਦਾ ਵਰਣਨ ਕਰਦਿਆਂ ਹੋਏ ਕਹਿੰਦੇ ਹੈ ਕਿ ਉਸ ਦੇ ਪਾਣੀ ਨੂੰ ਬੇਪਰਵਾਹੀ ਅਤੇ ਪ੍ਰਭਾਵਸ਼ੀਲਤਾ ਤਰੀਕਾ ਦੇ ਨਾਲ ਸਿੱਧ ਕੀਤਾ ਹੈ। ਤਾਂ ਆਪਣੇ ਸ਼ਲੋਕ ਵਿੱਚ ਵਜੀਦ ਜੀ ਆਪਣੀ ਸ਼ਲੋਕ ਵਿੱਚ ਮੀਆਂ ਵਜੀਦ ਜੀ ਉਹਨਾਂ ਨੇ ਫਰਮਾਇਆ ਹੈ, ਜਿਹੜੇ ਆਪਣੇ ਸ਼ਲੋਕ ਦੇ ਵਿੱਚ ਮੀਆਂ ਵਜੀਦ ਜੀ ਨੇ ਫਰਮਾਇਆ ਹੈ ਕਿ ਰੱਬ ਦੀ ਕਿਰਪਾ, ਰੱਬ ਦੀ ਮਰਜ਼ੀ ਅੰਦਰ ਵੀ ਜਿਵੇਂ ਪਰਮਾਤਮਾ ਨੂੰ ਮਨਜ਼ੂਰ ਹੋਵੇ, ਰੱਬ ਦੀ ਮਰਜ਼ੀ ਅੰਦਰ ਜੀਵਾਂ ਉੱਪਰ ਹੋ ਰਹੀਆਂ ਮਿਹਰਾਂ, ਰੱਬ ਦੀ ਮਰਜ਼ੀ ਅੰਦਰ ਜੀਵਾਂ ਉੱਪਰ ਹੋ ਰਹੀਆਂ ਮਿਹਰਾਂ ਜਿਹੜੀਆਂ ਰਹੀਆਂ ਮਿਹਰਾਂ ਹੈ, ਮਿਹਰ ਅਤੇ ਬਖਸ਼ਿਸ਼ਾਂ, ਮਿਹਰਾਂ ਅਤੇ ਬਖਸ਼ਿਸ਼ਾਂ ਜਿਹੜੀਆਂ ਬਖਸ਼ਿਸ਼ਾਂ ਹੋ ਰਹੀਆਂ ਹੈ, ਮਿਹਰਾਂ ਅਤੇ ਬਖਸ਼ਿਸ਼ਾਂ ਅਤੇ ਇਸ ਦੇ ਉਲਟ ਹੁੰਦੇ ਕਹਿਰ ਦਾ ਵਰਣ ਅਤੇ ਇਸ ਦੇ ਉਲਟ ਹੋ ਰਹੇ ਕਹਿਰ ਦਾ ਵਰਣਨ, ਕਹਿਰ ਦਾ ਵਰਣਨ ਹੈ, ਉਸ ਨੂੰ ਵਰਣਨ ਕਰਦਿਆਂ ਹੋਇਆ ਰੱਬ ਦੇ ਪਾਣੇ ਦੀ ਵਰਣਨ ਕਰਦਿਆਂ ਹੋਇਆਂ ਉਸ ਦੀ ਬੇਪਰਵਾਹੀ, ਕਿਸ ਦੀ? ਪਰਮਾਤਮਾ ਦੀ। ਉਸ ਦੀ ਬੇਪਰਵਾਹੀ ਨੂੰ ਪ੍ਰਭਾਵਸ਼ੀਲ ਤਰੀਕੇ ਦੇ ਨਾਲ ਸਿੱਧ ਕੀਤਾ ਹੈ। ਬੇਪਰਵਾਹੀ ਨੂੰ ਪ੍ਰਭਾਵਸ਼ੀਲ ਤਰੀਕੇ ਦੇ ਨਾਲ ਸਿੱਧ ਕੀਤਾ ਹੈ, ਸਿੱਧ ਕੀਤਾ ਹੈ। ਮੀਆਂ ਵਜੀਦ ਜੀ ਨੇ ਸਿੱਧ ਕੀਤਾ ਹੈ। ਦੁਬਾਰਾ ਫਿਰ ਗੱਲ ਕਰਦੇ ਹਾਂ ਪ੍ਰਸੰਗ ਦੀ। ਤਾਂ ਇਹ ਪ੍ਰਸੰਗ, ਇਹ ਕਾਵਿ ਟੋਟਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤ ਸੁਗੰਧੀਆਂ ਵਿੱਚ ਦਰਜ ਮੀਆਂ ਵਜੀਦ ਜੀ ਦੀ ਸ਼ਲੋਕ ਹੈ। ਜਿਹੜੇ ਮੀਆਂ ਵਜੀਦ ਜੀ ਦਾ ਸ਼ਲੋਕ ਇੱਕ ਨਾ ਦੇ ਘਰ ਪੁੱਤ ਵਿੱਚੋਂ ਲਿਆ ਗਿਆ ਹੈ। ਇਸ ਸ਼ਲੋਕ ਵਿੱਚ ਵਜੀਦ ਜੀ ਨੇ ਰੱਬ ਦੀ ਮਰਜ਼ੀ ਅੰਦਰ, ਰੱਬ ਦੇ ਭਾਣੇ ਅੰਦਰ, ਰੱਬ ਦੀ ਮਰਜ਼ੀ ਅੰਦਰ, ਰੱਬ ਦੀ ਰਜ਼ਾ ਅੰਦਰ ਜੀਵ, ਜਿਹੜਾ ਮਨੁੱਖੀ ਜੀਵ ਹੈ, ਜੀਵਾਂ ਉੱਪਰ ਹੋ ਰਹੇ ਮਿਹਰਾਂ, ਵੀ ਜੀਵ ਉੱਤੇ ਜਿਹੜੀਆਂ ਮਿਹਰਾਂ ਹੋ ਰਹੀਆਂ, ਬਖਸ਼ਿਸ਼ਾਂ ਹੋ ਰਹੀਆਂ ਹੈ, ਮਿਹਰਾਂ ਬਖਸ਼ਿਸ਼ਾਂ ਅਤੇ ਵੀ ਇੱਕ ਪਾਸੇ ਕਿਸੇ ਜੀਵ 'ਤੇ ਤਾਂ ਪਰਮਾਤਮਾ ਦੀ ਮਿਹਰ ਹੋ ਰਹੀ ਹੈ, ਕਿਸੇ ਜੀਵ ਉੱਤੇ ਉਹਦੇ ਉਲਟ ਭਾਵ, ਉਹਦੇ ਉਲਟ ਮਿਹਰਾਂ ਨਹੀਂ ਹੋ ਰਹੀਆਂ, ਉਹ 'ਤੇ ਕਹਿਰ ਹੋ ਰਹੇ ਹੈ, ਉਹਨੂੰ ਦੁੱਖ ਹੀ ਦੁੱਖ ਆ ਰਹੇ, ਤਾਂ ਹੋ ਰਹੀਆਂ ਜਿਹੜੀਆਂ ਬੇਪਰਵਾਹੀਆਂ ਤੋਂ ਨੂੰ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਬਿਆਨ ਕੀਤਾ ਹੈ, ਸਿੱਧ ਕੀਤਾ ਹੈ ਕਿ ਇਹ ਮਨੁੱਖ ਦੇ ਆਪਣੇ ਕਰਮ ਹਨ। ਵੀ ਇੱਕ ਮਨੁੱਖ ਦੇ ਕੋਲ ਤਾਂ ਬੇਅੰਤ ਸੁੱਖ ਹੀ ਸੁੱਖ ਹਨ, ਇੱਕ ਮਨੁੱਖ ਕੋਲ ਦੁੱਖ ਹੀ ਦੁੱਖ ਹਨ, ਅਤੇ ਉਹਦੇ ਆਪਣੇ ਕਰਮਾਂ ਦੇ ਅਨੁਸਾਰ, ਕੀਤੇ ਕਰਮਾਂ ਦੇ ਅਨੁਸਾਰ ਉਹ ਕੰਮ ਕਰ ਰਿਹਾ ਹੈ, ਉਹ ਆਪਣੇ ਕੀਤੇ ਕਰਮਾਂ ਅਨੁਸਾਰ ਫਲ ਪਾ ਰਿਹਾ ਹੈ। ਤਾਂ ਹੁਣ ਗੱਲ ਕਰਾਂਗੇ ਆਪਾਂ ਵਿਆਖਿਆ ਦੀ। ਵਿਆਖਿਆ
व्याख्या दोबारा फिर एक बार काव सत्तरां दोहरा के फिर आपां गल करांगे व्याख्या दी। इकना दे घर पुੱਤ ਪੁੱਤਾਂ ਦੇ ਘਰ ਪੋਤਰੇ, इकना दे घर ਧੀਆਂ ਧੀਆਂ ਦੇ ਘਰ ਦੋਤਰੇ। इकना दे घर एक ਉਹ ਵੀ ਜਾਏ ਮਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇਉਂ ਕਰ। ਤਾਂ ਵਜੀਦ ਜੀ ਫਰਮਾਉਂਦੇ ਹਨ, ਹੁਣ ਤੁਸੀਂ ਲਿਖਣਾ ਹੈ, मैं आराम नाल बोलूँगा, लिखते जाना, फिर ਤੁਹਾਨੂੰ ਦੁਬਾਰਾ समझाया जाऊगा। मियाँ वजीद जी आखते हैं या दसते हैं, फरमाते हैं, मियाँ वजीद जी फरमाते हैं कि इकना दे कर रब ने पुत्र ते पोतरे की दात बख्शी। भी एक घर दे विच तां एक घर दे विच रब ने पुत्र अते पोतरे दिते हुए हैं। इकना दे घर धीआं ते धीआं पैदा होईयां ते उन्हां दे घर दोतरे दिते हुए हैं। इकना दे घर रब ने पुत पोते दिते हुए हैं। इकना दे घर धीआं पैदा होईयां ते उन्हां फिर दोतरे भी होए हैं, दोतरे दिते हैं। कई अजिहे भी हैं जिन्हां दे सिर्फ एक ही पुत्र सी, जिन्हां दे घर सिर्फ एक ही पुत्र हुंदा है ते वो भी मर जाता है। इकना दे घर एक पुत्र ही हुंदा है, वो भी मर जाता है, जिहड़ा उसकी भी मौत हो जाती है। असल विच रब दा भाणा किसे अधीन नहीं। हुण जिहड़ी गल कर रहे हैं, जिहड़ा रब दा भाणा है जिहड़ा किसे अधीन नहींगा। रब नूं जो चंगा लगदा है, रब जिवें चाहे उवें करदा है। उसनूं कोई ये नहीं कह सकता कि तू इस तरह ना कर, तू उस तरह कर, भी आप रब नूं नहीं रोक सकते। तो हुण व्याख्या फिर दोबारा दोहराई जा रही है। वजीद जी फरमाउंदे हन कि इकना दे घर रब ने पुत ते पोतरे दिते हुए हैं। इकना दे घर धीआं दित्तियां हन ते धीआं दे घर धीआं दित्तियां हन ते फिर दोते दिते हैं। कई अजिहे भी हैं जिन्हों सिर्फ एक पुत्र ही हुंदा है, जिन्हां दे घर सिर्फ एक पुत्र ही हुंदा है। जेकर वो भी मर जावे, हुण मान लो परमात्मा की मर्जी, तो उसके भाणे नूं मिठा करके मनना पैंदा है। असल विच रब दा भाणा किसे अधीन नहीं, भी रब दे अगे किसे दी नहीं चलती, चलूगी रब दी। जिवें परमात्मा नूं वाहिगुरू नूं चंगा लगूगा उस तरह होगा। रब जो चाहे वो करता है, उसनों एक कोई कहने वाला नहीं, कोई नहीं कह सकता कि तू इस तरह नहीं इस तरह कर। उसनों रब नूं आपां कोई नहीं समझा सकते। तो इसी पहला श्लोक, इकना दे घर पुत पुत्तां दे घर पोतरे, इकना दे घर धीआं धीआं दे घर दोतरे। इकना दे घर एक वो भी जाए मर, इकना दे घर एक वो भी जाए मर, वजीदा कौन साहिब नूं आखे इउं नहीं इव कर। इकना दे घर पुत, इकना दे घर रब ने इकना दे घर पुत दिते ते पुत्तां दे घर रब ने पोतरे दिते। इकना दे घर धीआं दित्तियां, धी पैदा हुई ते धीआं दे जदों धीआं नूं जिस घर धीआं उन्हां घर दोतरे हुए। एक घर दे विच सिर्फ एक पुत्र है, वो भी जे मर जाए तो वजीदा कौन साहिब नूं आखे, उस परमात्मा नूं कौन कहने वाला है भी तू इस तरह नहीं, तू इस तरह कर। उन्होंने कोई नहीं कह सकता, उस परमात्मा अगे किसी दी नहीं चलती। जो चलना है उहदे भाणे अनुसार होना है, परमात्मा दी रजा परमात्मा दी मर्जी अनुसार होना है। जियां नूं उसदे भाणे विच ही राजी या रजा दे विच राजी रहना चाहिदा है। ये सी अपना पहला श्लोक। हुण गल करांगे आपां दूजे श्लोक दी। हर एक श्लोक की आपां नूं प्रसंग सहित व्याख्या करनी है, हर एक श्लोक की। तो एक एक श्लोक की प्रसंग सहित व्याख्या करांगे। हुण करदे हाँ दूजा। उत्पत्त सब संसार, सब संसार
ये है अपना दूजा श्लोक। तो अपना शुरू होंदा है उत्पत्त तो लैके उत्पत्त सब उत्पत्त सब संसार जो रब दी, उत्पत्त सब संसार जो सच्चे रब दी एक साहिब ने रची रूह सब दी। उत्पत्त सब संसार जो सच्चे रब दी एक साहिब ने रची रूह सब दी। एक ना राह शरीयत, एक ना राम हरि, एक ना राम शरीयत, एक ना राम हरि, वजीदा कौन साहिब नूं आखे यों नाही इव कर। एक ना राम शरीयत, एक ना राम हरि, वजीदा कौन साहिब नूं आखे यों नाही इव कर। तो अपना है इव कर। हुण करांगे आपां पहलां प्रसंग की गल। प्रसंग प्रसंग तो जिन्ने आप श्लोक करांगे सब का वक्खो वखरा प्रसंग होगा। इस वास्ते आपां नूं पूरा प्रसंग लिखना पऊगा। तो सारे प्रसंग जिस तरह लिखे जा रहे हैं तुसीं भी उस तरह लिखने हैं। तो गल करते हैं प्रसंग की। ये काव टोटा पंजाबी दी पाठ पुस्तक ਸਾਹਿਤ ਸੁਗੰਧੀਆਂ ਵਿੱਚ ਦਰਜ, ਸਾਹਿਤ ਸੁਗੰਧੀਆਂ ਵਿੱਚ ਦਰਜ ਮੀਆਂ ਵਜੀਦ ਜੀ ਦੇ ਸ਼ਲੋਕ उत्पत्त सब संसार विचों लिया गया है, विचों लिया गया है। इस श्लोक विच मियाँ वजीद जी, मियाँ इस श्लोक विच मियाँ वजीद जी रब दी मर्जी अंदर जीवां उपर हो रही बख्शिश अते जिहड़ी उहदी परमात्मा दी मेहर है उस दी गल कर रहे हैं। भी इस श्लोक दे विच भी जिहड़ा अपना पहला प्रसंग लिखिया सी उस तरह ही है कि उन्हां दी जिहड़ी बख्शिश है, उन्हां दी जिहड़ी उन्हां दी मेहर है उस दी वो चर्चा कर रहे हैं। तो मियाँ वजीद जी जीवां उपर रब, वजीद जी ने रब दी मर्जी अंदर, रब दी मर्जी अंदर जीवां, जिहड़े जीवां उपर हो रही मेहरां, जीवां उपर हो, जीवां उपर हो रहियां मेहरां, जीवां उपर हो रहियां मेहरां रहियां
ਮਿਹਰਾਂ, ਜੀਵ ਉੱਪਰ ਮਿਹਰ ਹੋ ਰਹੀ ਹੈ, ਅਤੇ ਬਖਸ਼ਿਸ਼ਾਂ ਅਤੇ ਜਿਹੜੀਆਂ ਬਖਸ਼ਿਸ਼ਾਂ ਹੋ ਰਹੀਆਂ ਹੈ, ਬਖਸ਼ਿਸ਼ਾਂ ਅਤੇ ਇਸ ਦੇ ਉਲਟ, ਇਸ ਬਖਸ਼ਿਸ਼ਾਂ ਅਤੇ ਇਸ ਦੇ ਉਲਟ, ਇਸ ਦੇ ਉਲਟ ਜਿਹੜੇ ਕਹਿਰ ਦਾ ਵਰਣਨ ਕਰਦਿਆਂ ਹੋਇਆਂ, ਇਸ ਦੇ ਉਲਟ ਕਹਿਰ ਦਾ ਵਰਣਨ ਕਰਦਿਆਂ ਹੋਇਆਂ, ਇਸ ਦੇ ਉਲਟ ਕਹਿਰ ਦਾ ਵਰਣਨ ਕਰਦਿਆਂ ਹੋਇਆਂ ਰੱਬੀ ਭਾਣੇ ਦੀ ਬੇਪਰਵਾਹੀ, ਰੱਬੀ ਭਾਣੇ ਦੀ ਬੇਪਰਵਾਹੀ, ਉਸ ਪਰਮਾਤਮਾ ਦੀ ਜਿਹੜੀ ਬੇਪਰਵਾਹੀ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਬਿਆਨ ਕੀਤਾ। ਬੇਪਰਵਾਹੀ ਨੂੰ ਚੁਟਕੀ ਮਾਰਨੀ, ਬੇਪਰਵਾਹੀ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਬਿਆਨ ਕੀਤਾ ਹੈ। ਬੇਪਰਵਾਹੀ ਨੂੰ ਜਿਹੜੀ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ। ਤਾਂ ਆਪਾਂ ਕਰ ਰਹੇ ਹਾਂ ਦੂਜਾ ਸ਼ਲੋਕ। ਉਤਪਤ ਸਭ ਸੰਸਾਰ, ਜੋ ਸੱਚੇ ਰੱਬ ਦੀ ਇੱਕ ਸਾਹਿਬ ਨੇ ਰਚੀ ਰੂਹ ਸਭ ਦੀ। ਇੱਕ ਨਾ ਰਾਹ ਸ਼ਰੀਅਤ, ਇੱਕ ਨਾ ਰਾਮ ਹਰੀ, ਇੱਕ ਨਾ ਰਾਮ ਹਰੀ। ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇਵ ਕਰ। ਤਾਂ ਇਸ ਵਿੱਚ ਹੁਣ ਆਪਾਂ ਗੱਲ ਕਰਾਂਗੇ ਵਿਆਖਿਆ ਦੀ। ਇਹ ਸਨ ਕਾਵਿ ਸੂਤਰਾਂ, ਹੁਣ ਹੈ ਵਿਆਖਿਆ। ਵਿਆਖਿਆ ਵਿਆਖਿਆ ਦੇ ਵਿੱਚ ਵਜੀਦ ਜੀ ਫਰਮਾਉਂਦੇ ਹਨ, ਪਹਿਲਾਂ ਲਿਖਣਾ ਹੈ ਉਵੇਂ ਮੈਂ ਬੋਲੂੰਗਾ, ਤੁਸੀਂ ਨਾਲ ਨਾਲ ਲਿਖਦੇ ਜਾਇਓ। ਵਜੀਦ ਜੀ ਫਰਮਾਉਂਦੇ ਹਨ ਕਿ ਸਾਰੇ ਜੀਵਾਂ ਵਿੱਚ, ਇਸ ਸਾਰੇ ਸੰਸਾਰ ਦੀ, ਵਜੀਦ ਜੀ ਫਰਮਾਉਂਦੇ ਹਨ ਕਿ ਸਾਰੇ ਸੰਸਾਰ ਦੀ ਉਤਪੱਤੀ ਸੱਚੇ ਰੱਬ ਨੇ ਕੀਤੀ ਹੈ। ਇਹ ਜਿਹੜਾ ਸਾਰਾ ਸੰਸਾਰ ਹੈ, ਇਸ ਦੀ ਉਤਪੱਤੀ ਸੱਚੇ ਰੱਬ ਨੇ ਦੀ ਕੀਤੀ ਹੋਈ ਹੈ। ਰੱਬ ਆਪ ਤਾਂ ਇੱਕ ਹੈ, ਪਰ ਉਸ ਵਿੱਚ ਸਾਰੇ ਜਿਹੜੇ ਮਨੁੱਖ ਦੀ ਆਤਮਾ ਦੀ ਰਚਨਾ ਉਸਨੇ ਆਪ ਨੇ ਕੀਤੀ ਹੈ। ਇੱਕ ਪਰਮਾਤਮਾ ਤਾਂ ਇੱਕ ਹੈ, ਪਰ ਉਸਨੇ ਸਾਰੇ ਜਿਹੜੇ ਮਨੁੱਖੀ ਆਤਮਾ ਦੀ ਰਚਨਾ ਕੀਤੀ ਹੈ। ਚਾਹੇ ਕੋਈ ਹਿੰਦੂ ਆਤਮਾ ਹੈ, ਚਾਹੇ ਕੋਈ ਮੁਸਲਮਾਨ ਆਤਮਾ ਹੈ, ਪਰ ਮੁਸਲਮਾਨ ਸਰਾਂ ਦੇ ਨਿਯਮਾਂ ਅਨੁਸਾਰ ਦੀ ਪਾਲਣਾ ਕਰਦੇ ਹਨ। ਹਿੰਦੂ ਰਾਮ ਤੇ ਤੇਰੀ ਨਾਮ ਦੇ ਜਪਦੇ ਹਨ, ਰਾਮ ਦਾ ਨਾਮ ਜਪਦੇ ਹਨ। ਅਤੇ ਇਹ ਸਭ ਕੁਝ, ਇਹ ਸਾਰਾ ਕੁਝ ਹੈ, ਇਹ ਉਸ ਦੇ ਭਾਣੇ ਅਧੀਨ ਹੁੰਦਾ ਹੈ, ਉਸ ਪਰਮਾਤਮਾ ਦੇ ਭਾਣੇ ਅਧੀਨ ਹੁੰਦਾ ਹੈ। ਕੋਈ ਵੀ ਨਹੀਂ ਕਹਿ ਸਕਦਾ ਕਿ ਤੂੰ ਇਸ ਤਰ੍ਹਾਂ ਨਾ ਕਰ, ਉਸ ਤਰ੍ਹਾਂ ਕਰ, ਸਗੋਂ ਉਸ ਤਰ੍ਹਾਂ ਕਰ। ਤਾਂ ਵਜੀਦ ਜੀ ਫਰਮਾਉਂਦੇ ਹਨ ਕਿ ਸਾਰੇ ਸੰਸਾਰ ਦੀ ਉਤਪੱਤੀ ਸੱਚੇ ਰੱਬ ਨੇ ਕੀਤੀ ਹੈ। ਇਹ ਜਿਹੜਾ ਆਪਣਾ ਸਾਰਾ ਸੰਸਾਰ ਹੈ, ਕੁੱਲ ਜੀਵ ਹਨ, ਜੀਵ ਜੰਤੂ ਜਿੰਨੇ ਵੀ ਹਨ, ਉਸ ਸਭ ਦੀ ਪੈਦਾਵਾਰ ਕਰਨ ਵਾਲਾ ਕੌਣ ਹੈ? ਉਹ ਪਰਮਾਤਮਾ, ਉਹ ਰੱਬ ਹੈ। ਰੱਬ ਆਪ ਇੱਕ ਹੈ, ਪਰਮਾਤਮਾ ਇੱਕ ਹੈ, ਚਾਹੇ ਰਾਮ ਕਹਿ ਲਓ, ਚਾਹੇ ਅੱਲਾ, ਚਾਹੇ ਵਾਹਿਗੁਰੂ, ਚਾਹੇ ਗੁਰ, ਜੋ ਵੀ ਆਪਾਂ ਕਹੀਏ, ਉਹ ਇੱਕ ਹੈ, ਉਹਦੇ ਨਾਂ ਵੱਖੋ ਵੱਖ ਹੈ। ਪਰ ਉਸਨੇ ਸਾਰੇ ਮਨੁੱਖਾਂ ਦੀ ਆਤਮਾ ਦੀ ਰਚਨਾ ਕੀਤੀ ਹੈ। ਸਾਰੇ ਮਨੁੱਖਾਂ ਦੀ ਆਤਮਾ ਦੀ ਰਚਨਾ ਕਰਨ ਵਾਲਾ ਕੌਣ ਹੈ? ਉਹ ਪਰਮਾਤਮਾ। ਕੌਣ ਹੈ? ਉਹ ਪਰਮਾਤਮਾ ਹੈ। ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਮਾਨ ਹੈ, ਕੋਈ ਵੀ ਧਰਮ ਨਾਲ ਸੰਬੰਧਿਤ ਹੈ, ਉਸ ਸਾਰਿਆਂ ਦੀ ਆਤਮਾ ਦਾ ਨਿਰਮਾਣ ਉਸ ਪਰਮਾਤਮਾ ਨੇ, ਆਤਮਾ ਦੀ ਰਚਨਾ ਉਸ ਪਰਮਾਤਮਾ ਨੇ ਕੀਤੀ। ਪਰ
ਮੁਸਲਮਾਨ ਸਰਾਂ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ ਤੇ ਹਿੰਦੂ ਰਾਮ ਤੇ ਤੇਰੀ ਰਾਮ ਤੇ ਦਾ ਜਿਹੜੇ ਜਪਦੇ ਹਨ, ਰਾਮ ਦਾ ਨਾਮ ਜਪਦੇ ਹਨ। ਇਹ ਵੀ ਸਭ ਕੁਝ ਉਸ ਭਾਣੇ ਅਧੀਨ ਹੁੰਦਾ ਹੈ, ਉਸ ਦੇ ਬਚਨਾਂ ਅਧੀਨ ਹੁੰਦਾ ਹੈ, ਉਸ ਦੇ ਪਰਮਾਤਮਾ ਦੀ ਮਿਹਰ ਅਧੀਨ ਹੁੰਦਾ ਹੈ। ਉਸ ਦੀ ਕੋਈ ਨਹੀਂ ਕਹਿ ਸਕਦਾ ਕਿ ਤੂੰ ਇਸ ਤਰ੍ਹਾਂ ਨਾ ਕਰ, ਸਗੋਂ ਉਸ ਤਰ੍ਹਾਂ ਕਰ। ਤਾਂ ਇਹ ਸੀ ਆਪਣਾ ਜਿਹੜਾ ਦੂਜਾ ਸ਼ਲੋਕ ਮੀਆਂ ਵਜੀਦ ਜੀ ਦਾ ਉਤਪਤ ਸਭ ਸੰਸਾਰ, ਇਹ ਪੂਰਾ ਹੁੰਦਾ ਹੈ। ਇਸ ਵੀਡੀਓ ਦੇ ਵਿੱਚ ਆਪਾਂ ਸਿਰਫ 2 ਸ਼ਲੋਕ ਕਰਾਂਗੇ। ਅਗਲੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਰਹਿੰਦੇ ਸ਼ਲੋਕ ਉਹਨਾਂ 'ਤੇ ਚਰਚਾ ਕਰਾਂਗੇ। ਓਨੇ ਸਮੇਂ ਦੇ ਵਿੱਚ ਤੁਸੀਂ ਇਹਨਾਂ ਸ਼ਲੋਕਾਂ ਨੂੰ ਧਿਆਨ ਨਾਲ ਸੁਣਨਾ ਤੇ ਨਾਲ ਦੀ ਨਾਲ ਨੋਟ ਕਰਕੇ ਸਮੇਂ ਸਿਰ ਕੰਮ ਨੂੰ ਚੈੱਕ ਕਰਵਾਉਣਾ। ਧੰਨਵਾਦ।